Good morning, students. How are you all? I hope you all are doing great. I'm Chavi, your English mistress for today. Today we will do the new topic. So, it's the writing part, letter writing. But in this letter writing topic, we'll do the application part today. That is application writing exactly, right? This is in your syllabus and this is in your book. So, understand it carefully because letters are the things we should know. We must know actually. ਅਸੀਂ ਜਦੋਂ ਵੀ ਅੱਗੇ ਜੌਬ ਲਈ ਅਪਲਾਈ ਕਰਨਾ ਆ ਤਾਂ ਸਾਨੂੰ ਲੈਟਰ ਲਿਖਣੀ ਆਣੀ ਚਾਹੀਦੀ ਹੈ ਜਾਂ ਅਸੀਂ ਕਿਸੇ ਵੀ ਡਿਪਾਰਟਮੈਂਟ ਵਿੱਚ ਕਿਸੇ ਵੀ ਚੀਜ਼ ਲਈ ਹੁਣ ਅਸੀਂ ਬੈਂਕਸ ਵਿੱਚ ਜਾਂਦੇ ਆ ਖਾਤਾ ਖੁਲਵਾਉਣਾ ਆ ਬੈਂਕ ਅਕਾਊਂਟ ਓਪਨ ਕਰਵਾਉਣਾ ਆ ਕਲੋਜ਼ ਕਰਵਾਉਣਾ ਆ ਯੂ ਸ਼ੁੱਡ ਨੋ ਹਾਊ ਟੂ ਰਾਈਟ ਅ ਲੈਟਰ ਰਾਈਟ ਤੁਸੀਂ ਦੇਖਿਆ ਹੋਣਾ ਤੁਹਾਡੇ ਪੈਰੈਂਟਸ ਬੈਂਕ ਜਾਂਦੇ ਆ ਜਾਂ ਕਿਸੇ ਵੀ ਗਵਰਨਮੈਂਟ ਡਿਪਾਰਟਮੈਂਟ ਜਾਂਦੇ ਆ ਜਾਂ ਹੋਰ ਵੀ ਕਿਸੇ ਵੀ ਥਾਂ ਕਿਸੇ ਸਕੂਲ ਵਿੱਚ ਜਾਂਦੇ ਆ ਤੁਹਾਡੀ ਐਡਮਿਸ਼ਨ ਲਈ ਜਾਂਦੇ ਆ ਤਾਂ ਉਹਨਾਂ ਨੂੰ ਇੱਕ ਲੈਟਰ ਲਿਖਣੀ ਪੈਂਦੀ ਆ ਰਾਈਟ ਤਾਂ ਤੁਹਾਨੂੰ ਇਹ ਲੈਟਰ ਰਾਈਟਿੰਗ ਆਣੀ ਬਹੁਤ ਜ਼ਰੂਰੀ ਹੈ ਇਹ ਸਾਰੀ ਜ਼ਿੰਦਗੀ ਸਾਡੇ ਨਾਲ ਜੁੜੀ ਰਹਿੰਦੀ ਹੈ ਦਿਸ ਇਜ਼ ਦ ਰਾਈਟਿੰਗ ਪਾਰਟ ਇਟ ਕੈਨ ਨਾਟ ਬੀ ਸੈਡ ਟੂ ਬੀ ਕਿ ਅਸੀਂ ਇਹਨੂੰ ਛੱਡ ਦਿਆਂਗੇ ਕਿ ਕੋਈ ਨਹੀਂ ਸਿਲੇਬਸ ਤੱਕ ਹੀ ਹੈ ਦੈਟਸ ਆਲ ਨੋ ਇਟ ਇਜ਼ ਨਾਟ it is not only in syllabus, it is related to your life, right? So we'll do letter writing and application form of this letter writing. What is a letter? We should know that first. A letter is a written message conveyed from one person to another person. Letter ਕੀ ਹੈ? ਇੱਕ written message ਹੈ ਜਿਹੜਾ ਕਿ ਇੱਕ ਇਨਸਾਨ ਵੱਲੋਂ ਦੂਜੇ ਇਨਸਾਨ ਨੂੰ ਭੇਜਿਆ ਜਾਂਦਾ ਹੈ ਤੁਸੀਂ ਹੁਣ ਕਿੱਦਾਂ ਮੈਸੇਜ ਭੇਜਦੇ ਹੋ ਆਪਣੇ ਰਿਲੇਟਿਵਸ ਨੂੰ ਫਰੈਂਡਸ ਨੂੰ ਬਾਈ ਟਾਈਪਿੰਗ ਔਨ ਫੋਨ ਰਾਈਟ ਤੁਸੀਂ ਮੈਸੇਜ ਕਰਦੇ ਹੋ ਫੋਨ ਵਿੱਚ ਟਾਈਪ ਕਰਦੇ ਹੋ ਭੇਜ ਦਿੰਦੇ ਹੋ ਪਰ ਬੱਚੇ ਜਦੋਂ ਮੋਬਾਈਲਸ ਨਹੀਂ ਸੀਗੇ ਲੈਪਟਾਪਸ ਨਹੀਂ ਸੀਗੇ ਕੰਪਿਊਟਰਸ ਨਹੀਂ ਸੀ ਇੰਟਰਨੈਟ ਨਹੀਂ ਸੀ ਉਦੋਂ ਮੈਸੇਜ ਕਿੱਦਾਂ ਕਨਵੇ ਕੀਤੇ ਜਾਂਦੇ ਸੀ ਥਰੂ ਲੈਟਰਸ ਤੁਹਾਡੇ ਪੈਰੈਂਟਸ ਨੂੰ ਪੁੱਛ ਕੇ ਦੇਖਿਓ ਕਿ ਉਹ ਲੈਟਰਸ ਲਿਖਦੇ ਹੁੰਦੇ ਸੀ ਆਪਣੇ ਰਿਲੇਟਿਵਸ ਨੂੰ ਸੈਂਡ ਕਰਨ ਲਈ ਤੁਸੀਂ ਵੀ ਕਿਸੇ ਨਾ ਕਿਸੇ ਨੇ ਜ਼ਰੂਰ ਦੇਖਿਆ ਹੋਏਗਾ ਹੁਣ ਤੁਸੀਂ ਪੋਸਟ ਆਫਿਸ ਤਾਂ ਦੇਖਿਆ ਪਰ ਲੈਟਰ ਰਾਈਟਿੰਗ ਬਹੁਤ ਘਟ ਗਈ ਹੈ ਹੁਣ ਜੇ ਤੁਸੀਂ ਮੇਰੀ ਗੱਲ ਕਰੋ ਮੈਂ ਇਹ ਫੇਜ਼ ਵਿੱਚੋਂ ਨਿਕਲੀ ਹੋਈ ਆ ਵੀ ਹੈਵ ਰਿਟਨ ਲੈਟਰਸ ਟੂ ਆਰ ਰਿਲੇਟਿਵਸ ਤੁਹਾਡੀ ਏਜ ਨਹੀਂ ਹੈ ਪਰ ਸਾਡੀ ਏਜ ਸੀ ਸਾਡੀ ਜਨਰੇਸ਼ਨ ਸੀ ਇਹ ਤਾਂ ਅਸੀਂ ਮੈਸੇਜ ਇੱਕ ਇਨਸਾਨ ਤੋਂ ਦੂਜੇ ਇਨਸਾਨ ਨੂੰ ਕਿੱਦਾਂ ਭੇਜਿਆ ਜਾਂਦਾ ਸੀਗਾ ਥਰੂ ਲੈਟਰਸ ਥਰੂ ਰਾਈਟਿੰਗ ਤੇ ਇਹ ਰਿਟਨ ਮੈਸੇਜ ਹੈ ਹੁਣ ਤਾਂ ਤੁਸੀਂ ਵੌਇਸ ਮੈਸੇਜ ਭੇਜ ਦਿੰਦੇ ਹੋ ਬੋਲ ਕੇ ਮੈਸੇਜ ਭੇਜ ਦਿੰਦੇ ਹੋ ਫੋਨ ਤੇ ਰਾਈਟ ਪਰ ਉਦੋਂ ਸਿਰਫ ਇੱਕੋ ਹੀ ਮੀਨਸ ਸੀਗਾ ਰਿਟਨ ਮੈਸੇਜ ਇਟ ਕੈਨ ਬੀ ਹੈਂਡ ਰਿਟਨ ਟਾਈਪਡ ਔਰ ਪ੍ਰਿੰਟਡ ਤੁਸੀਂ ਲੈਟਰ ਹੱਥ ਨਾਲ ਵੀ ਲਿਖ ਸਕਦੇ ਹੋ ਟਾਈਪ ਵੀ ਕਰ ਸਕਦੇ ਹੋ ਤੇ ਪ੍ਰਿੰਟ ਵੀ ਕਰਵਾ ਸਕਦੇ ਹੋ it is sent generally via mail or post ਬਹੁਤ ਘੱਟ ਯੂਜ਼ ਹੁੰਦੇ ਆ ਪਰ ਹਜੇ ਵੀ ਇਹ ਯੂਜ਼ ਵਿੱਚ ਹੈਗੇ ਆ ਤੁਸੀਂ ਦੇਖਿਆ ਹੋਏਗਾ ਤੁਹਾਡੇ ਘਰ ਵਿੱਚ ਬਹੁਤ ਸਾਰੇ ਡਾਕੂਮੈਂਟਸ ਹੈ ਜਾਂ ਲੈਟਰਸ ਹੈ ਵਾਇਆ ਪੋਸਟ ਆਉਂਦੇ ਆ ਰਾਈਟ ਵਾਇਆ ਮੇਲ ਥਰੂ ਇੰਟਰਨੈਟ ਮੇਲ ਕਰ ਦਿੱਤੀ ਤੁਹਾਡੀਆਂ ਈਮੇਲ ਆਈਡੀਜ਼ ਬਣੀਆਂ ਹੋਈਆਂ ਉਹਦੇ ਥਰੂ ਮੇਲ ਕਰ ਦਿੱਤੀ ਦੈਟ ਇਜ਼ ਦ ਈਜ਼ੀਐਸਟ ਵੇ ਐਕਚੁਅਲੀ ਨਾਓ ਕਿਉਂਕਿ ਲਿਖ ਕੇ ਭੇਜਣਾ ਪਹੁੰਚ ਗਈ ਦੈਟ ਇਜ਼ ਦ ਲੌਂਗੈਸਟ ਪ੍ਰੋਸੈਸ ਐਂਡ ਵਾਇਆ ਮੇਲ ਇਟ ਇਜ਼ ਦ ਸ਼ਾਰਟੈਸਟ ਪ੍ਰੋਸੈਸ ਕਿ ਮੇਲ ਕੀਤੀ ਐਂਡ ਇਟ ਇਜ਼ ਸੈਂਟ ਪਰ ਲੈਟਰ ਰਾਈਟਿੰਗ ਦਾ ਪ੍ਰੋਸੈਸ ਉਹੀ ਹੈ ਯੂ ਹੈਵ ਟੂ ਰਾਈਟ ਅ ਲੈਟਰ ਚਾਹੇ ਮੇਲ ਥਰੂ ਜਾਵੇ ਚਾਹੇ ਪੋਸਟ ਥਰੂ ਜਾਵੇ You can't say ਕਿ ਤੁਸੀਂ ਬੋਲ ਕੇ ਭੇਜ ਦੋਗੇ ਲੈਟਰ no if you have to apply for job ਇਹ ਥੋੜੀ ਹੈ ਕਿ ਤੁਸੀਂ ਬੋਲ ਕੇ employer ਨੂੰ ਭੇਜ ਦੋਗੇ ਲੈਟਰ ਕਿ ਤੁਹਾਨੂੰ ਜੌਬ ਚਾਹੀਦੀ ਹੈ no it is not a good way it is communication in written form ਇਹ ਮੈਂ ਪਹਿਲਾਂ ਵੀ ਦੱਸ ਚੁੱਕੀ ਹਾਂ ਇੱਕ ਕਿਹੜਾ ਕਮਿਊਨੀਕੇਸ਼ਨ ਹੈ written form ਵਿੱਚ ਹੈ oral ਨਹੀਂ ਹੈ ਬੋਲ ਕੇ ਨਹੀਂ ਹੈ ਇਹ ਲਿਖ ਕੇ ਹੈ its purpose is to inform complain report, inquire,
or request something. ਇਹਦਾ purpose ਕੀ ਹੈ, ਉਦੇਸ਼ ਕੀ ਹੈ? To inform, किसी चीज़ की जानकारी देना. ਹੁਣ ਤੁਸੀਂ ਆਪਣੇ ਗ੍ਰੈਂਡ ਪੇਰੈਂਟਸ ਨੂੰ ਸੋਚੋ ਕਿ ਲੈਟਰ ਲਿਖਣੀ ਹੈ ਕਿ ਤੁਹਾਡਾ ਸਕੂਲ ਕਿੱਦਾਂ ਦਾ ਰਿਹਾ ਜਾਂ ਤੁਸੀਂ ਸਕੂਲ ਵਿੱਚ ਕੀ ਕੀ ਕਰਦੇ ਹੋ. ਦੈਟ ਇਜ਼ ਇਟ ਇਜ਼ ਟੂ ਇਨਫੋਰਮ, ਕਿ ਉਹਨਾਂ ਨੂੰ ਜਾਣਕਾਰੀ ਦੇ ਰਹੇ ਹੋ ਇਸ ਚੀਜ਼ ਬਾਰੇ. ਕੰਪਲੇਨ, ਤੁਹਾਡੇ ਆਲੇ ਦੁਆਲੇ ਕੋਈ ਪ੍ਰੋਬਲਮ ਹੋ ਗਈ ਹੈ, ਵਾਟਰ ਲੀਕੇਜ ਦੀ ਪ੍ਰੋਬਲਮ ਹੈ, ਤਾਂ ਤੁਸੀਂ ਵਾਟਰ ਸੈਨੀਟੇਸ਼ਨ ਡਿਪਾਰਟਮੈਂਟ ਜਾਂ ਕਿਸੇ ਵੀ ਡਿਪਾਰਟਮੈਂਟ ਨੂੰ ਲੈਟਰ ਭੇਜੋਗੇ ਕਿ ਤੁਹਾਡੇ ਆਲੇ ਦੁਆਲੇ ਇਹ ਪ੍ਰੋਬਲਮ ਹੈ, ਉਹਨੂੰ ਰਿਜ਼ੋਲਵ ਕੀਤਾ ਜਾਵੇ, ਰਾਈਟ? ਤਾਂ ਕੰਪਲੇਂਟ ਕਰਦੇ ਹੋ, ਦੈਟ ਇਜ਼ ਆਲਸੋ ਅ ਲੈਟਰ. ਰਿਪੋਰਟ, ਕਿਸੇ ਚੀਜ਼ ਬਾਰੇ ਦੱਸਣਾ ਕਿ ਕੀ ਹੋ ਰਿਹਾ ਹੈ. ਹੁਣ ਤੁਹਾਡੇ ਸਪੋਜ਼ ਕਰੋ ਸਕੂਲ ਵਿੱਚ ਟਰੀ ਪਲਾਂਟੇਸ਼ਨ ਦੀ ਐਕਟੀਵਿਟੀ ਹੋਈ ਹੈ, ਤੇ ਉਹਦੀ ਤੁਸੀਂ ਰਿਪੋਰਟ ਭੇਜਣੀ ਹੈ ਕਿ ਟਰੀ ਪਲਾਂਟੇਸ਼ਨ ਦੀ ਐਕਟੀਵਿਟੀ ਵਿੱਚ ਕੀ ਕੁਝ ਕੀਤਾ ਗਿਆ, ਤਾਂ ਤੁਸੀਂ ਉਹ ਪੂਰਾ ਲੈਟਰ ਫਾਰਮ 'ਚ ਭੇਜੋਗੇ, ਦੈਟ ਇਜ਼ ਰਿਪੋਰਟ. ਐਨਕੁਆਇਰ, ਕਿਸੇ ਚੀਜ਼ ਦੀ ਇਨਕੁਆਇਰੀ ਕਰਨਾ, ਕਿਸੇ ਚੀਜ਼ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਰਿਕੁਐਸਟ ਕਰੋਗੇ ਕਿ ਤੁਹਾਨੂੰ ਇਸ ਚੀਜ਼ ਦੀ ਇਨਕੁਆਇਰੀ ਚਾਹੀਦੀ ਹੈ, ਦੈਟ ਇਜ਼ ਆਲਸੋ. ਐਂਡ ਲਾਸਟ ਇਜ਼ ਰਿਕੁਐਸਟ. ਹੁਣ ਤੁਸੀਂ ਸਕੂਲ ਵਿੱਚ ਦੇਖ ਲਓ, ਇਫ ਯੂ ਵਾਂਟ ਲੀਵ ਯੂ ਰਿਕੁਐਸਟ ਟੂ ਯਰ ਟੀਚਰ ਐਂਡ ਪ੍ਰਿੰਸੀਪਲ, ਰਾਈਟ? ਤਾਂ ਉਹ ਕੀ ਹੈ? ਰਿਕੁਐਸਟ. ਤਾਂ ਇਹਦੇ ਪਰਪਸ ਕੀ ਹੈ? ਇਨਫੋਰਮ, complain, report, enquire or request. So this is what is a letter. Types of letter. There are two types of letter. दो तरह दियां letters है, formal and informal. ਅਸੀਂ ਪਹਿਲਾਂ formal letter ਬਾਰੇ ਪੜ੍ਹਦੇ ਹਾਂ. ਇਹ ਕਿਹੜੀਆਂ ਆ? business or professional purpose. ਉਹ letters ਜਿਨ੍ਹਾਂ ਦਾ ਪਰਪਸ, ਉਦੇਸ਼ ਕੀ ਹੈ? ਬਿਜ਼ਨਸ ਜਾਂ ਪ੍ਰੋਫੈਸ਼ਨਲ. ਇਹ ਇੱਦਾਂ ਨਹੀਂ ਹੈ ਕਿ ਤੁਸੀਂ ਆਪਣੇ ਰਿਲੇਟਿਵਸ ਨੂੰ ਲਿਖਣੀ ਹੈ, ਆਪਣੇ ਫਰੈਂਡਸ ਨੂੰ ਲਿਖਣੀ ਹੈ, ਫੈਮਿਲੀ ਮੈਂਬਰਸ ਨੂੰ ਲਿਖਣੀ ਹੈ. ਨੋ, ਇਹ ਬਿਜ਼ਨਸ ਪਰਪਸ ਹੈ. ਜਿਹੜੀਆਂ ਤੁਹਾਡੀ ਐਪਲੀਕੇਸ਼ਨ ਆਉਂਦੀਆਂ ਕਿ ਤੁਸੀਂ ਛੁੱਟੀ ਲੈਣੀ ਹੈ ਸਕੂਲ ਤੋਂ, ਯੂ ਵਾਂਟ ਲੀਵ, ਯੂ ਵਾਂਟ ਫੀ ਕੰਸੈਸ਼ਨ, ਯੂ ਵਾਂਟ ਸਕੂਲ ਲਿਵਿੰਗ ਸਰਟੀਫਿਕੇਟ, ਉਹ ਇਹਦੇ ਅੰਡਰ ਆਉਂਦੀਆਂ. ਉਹ ਫਾਰਮਲ ਲੈਟਰ ਹੈ. ਇਹਨਾਂ ਨੂੰ ਅਸੀਂ ਪੰਜਾਬੀ ਵਿੱਚ ਕਹਿ ਦਿੰਦੇ ਹਾਂ ਰਸਮੀ ਪੱਤਰ, ਰਾਈਟ? ਇਹਦੇ ਵਿੱਚ ਫਾਰਮਲ ਔਰ ਪ੍ਰੋਫੈਸ਼ਨਲ ਲੈਂਗੁਏਜ ਇਹੀ ਯੂਜ਼ ਹੋਏਗੀ. ਯੂ ਕਾਂਟ ਸੇ ਹੈਲੋ, ਹਾਊ ਆਰ ਯੂ? No, you can't say in this letter. You can't write in this letter. You have to be formal or professional. Follow a prescribed format. ਇਹਦਾ ਫਾਰਮੈਟ ਹੈ ਜਿਹੜਾ ਉਹ ਪ੍ਰਿਸਕ੍ਰਾਈਬਡ ਹੈ. ਉਹ ਪਹਿਲੇ ਦਿੱਤਾ ਹੁੰਦਾ ਕਿ ਇਹ ਲੈਟਰ ਕਿੱਦਾਂ ਲਿਖਣੀ ਹੈ, ਉਹਦੇ ਕਿਹੜੇ ਕਿਹੜੇ ਪਾਰਟਸ ਹੋਣੇ ਚਾਹੀਦੇ ਆ, ਜਾਂ ਕਿਹੜਾ ਕਿਹੜਾ ਫਾਰਮੈਟ ਹੋਣਾ ਚਾਹੀਦਾ, ਉਹਦੇ ਵਿੱਚ ਕੀ ਕੁਝ ਹੋਣਾ ਚਾਹੀਦਾ ਹੈ. ਦੈਟ ਇਜ਼ ਫਾਰਮੈਟ. ਸਪੈਸੀਫਿਕ ਆਬਜੈਕਟਿਵ, ਇਹਦਾ ਇੱਕ ਖਾਸ ਮਕਸਦ ਹੁੰਦਾ ਆ, ਉਦੇਸ਼ ਹੁੰਦਾ ਹੈ ਜਿਹਦੇ ਲਈ ਇਹ ਲੈਟਰ ਲਿਖੀ ਜਾਂਦੀ ਹੈ. ਹੁਣ ਫੋਰ ਐਗਜ਼ਾਮਪਲ ਤੁਸੀਂ ਸਕੂਲ ਵਿੱਚ ਲੈਟਰਸ ਲਿਖਦੇ ਹੋ, ਤੁਸੀਂ ਹਿੰਦੀ 'ਚ ਵੀ ਲਿਖਦੇ ਹੋ, ਪੰਜਾਬੀ ਵਿੱਚ ਵੀ ਲਿਖਦੇ ਹੋ. ਇਫ ਦੇਅਰ ਇਜ਼ ਐਨੀ ਪ੍ਰੋਬਲਮ ਇਨ ਵਾਟਰ ਟੈਪਸ, ਕਿ ਤੁਹਾਡੇ ਸਕੂਲ ਦੀਆਂ ਵਾਟਰ ਟੈਪਸ 'ਚ ਪ੍ਰੋਬਲਮ ਹੈ, ਤਾਂ ਤੁਸੀਂ ਕਲਾਸ ਟੀਚਰ ਨੂੰ ਜਾਂ ਫਿਰ ਪ੍ਰਿੰਸੀਪਲ ਨੂੰ ਐਡਰੈਸ ਕਰਕੇ ਲੈਟਰ ਲਿਖੋਗੇ ਕਿ ਦੇਅਰ ਇਜ਼ ਪ੍ਰੋਬਲਮ. ਤਾਂ ਉਹਦਾ ਮਕਸਦ ਕੀ ਹੈ ਉਸ ਲੈਟਰ ਦਾ? ਕਿ ਤੁਸੀਂ ਸਕੂਲ ਵਿੱਚ ਜਿਹੜੀ ਪ੍ਰੋਬਲਮ ਹੈ ਉਹਦੇ ਬਾਰੇ ਜਾਣਕਾਰੀ ਦੇ ਰਹੇ ਹੋ ਤੇ ਉਹਨੂੰ ਠੀਕ ਕਰਵਾਉਣ ਲਈ ਉਹਨਾਂ ਨੂੰ ਰਿਕੁਐਸਟ ਕਰ ਰਹੇ ਹੋ. ਤਾਂ ਉਹਦਾ ਮਕਸਦ ਹੈ ਕੋਈ ਲੈਟਰ ਦਾ. ਇਹ ਜਸਟ ਇੱਦਾਂ ਹੀ ਨਹੀਂ ਹੈ ਕਿ ਬੈਠੇ ਹੋ ਕਿ ਚੱਲ ਅੱਜ ਆਪਣੇ ਫਰੈਂਡ ਨੂੰ ਲੈਟਰ ਲਿਖ ਲੈਂਦੇ ਹਾਂ, ਦੱਸ ਦਿੰਦੇ ਹਾਂ ਕਿ ਅਸੀਂ ਕੀ ਕਰਦੇ ਪਏ ਹਾਂ ਜਾਂ ਸਾਡੀ ਲਾਈਫ ਕਿੱਦਾਂ ਦੀ ਚੱਲ ਰਹੀ ਹੈ. ਦਿਸ ਇਜ਼ ਨਾਟ ਲਾਈਕ ਦੈਟ, ਰਾਈਟ? ਪੈਸਿਵ ਵੌਇਸ, ਇਹਦੇ ਵਿੱਚ ਮੋਸਟਲੀ ਪੈਸਿਵ ਵੌਇਸ ਸੈਂਟੈਂਸਸ ਹੀ ਯੂਜ਼ ਹੋਣਗੇ. ਤੁਸੀਂ ਦੇਖਿਆ ਹੋਣਾ, ਇਟ ਇਜ਼ ਸੈਡ ਦੈਟ, ਇਟ ਇਜ਼ ਟੂ ਬੀ ਸਾਈਟਡ ਦੈਟ, ਇਹ ਤੁਸੀਂ ਯੂਜ਼ ਕਰਦੇ ਹੋ, ਤਾਂ ਇਹ ਪੈਸਿਵ ਵੌਇਸ ਹੈ. addressed to organizations, school, college, government department, employer, etc. ਤੇ ਕਿਹਨਾਂ ਨੂੰ ਲਿਖੀ ਜਾਂਦੀ ਹੈ? ਕਿਸੇ ਆਰਗੇਨਾਈਜੇਸ਼ਨ ਨੂੰ, ਸਕੂਲ 'ਚ ਲਿਖੀ ਜਾਂਦੀ ਹੈ, ਕਾਲਜ ਵਿੱਚ ਲਿਖੀ ਜਾਂਦੀ ਹੈ, ਕਿਸੇ ਗਵਰਨਮੈਂਟ ਡਿਪਾਰਟਮੈਂਟ ਨੂੰ ਲਿਖੀ ਜਾਂਦੀ ਹੈ, ਜਾਂ ਕਿਸੇ ਇੰਪਲੋਇਰ ਨੂੰ. ਇੰਪਲੋਇਰ ਮਤਲਬ ਜਿਹੜੇ ਤੁਹਾਨੂੰ ਜੌਬ ਦਿੰਦੇ ਆ, who is your boss, you can say, right? ਤਾਂ ਇਹ ਇਹਨਾਂ ਨੂੰ ਹੀ ਐਡਰੈਸ ਕੀਤੀ ਜਾਂਦੀ ਹੈ, ਇਹਨਾਂ ਨੂੰ ਲਿਖੀ ਜਾਂਦੀ ਹੈ.
राइट। सो दिस इज फॉर्मल लेटर। ते तुहाडी जिहड़ी एप्लीकेशन राइटिंग है दैट इज ऑल्सो फॉर्मल लेटर। इहदे विच बिजनेस लेटर्स आंदियां, ऑफिशियल लेटर्स आंदियां, एप्लीकेशनस तुहाडियां जिहड़ियां तुसीं स्कूल विच करदे हो ਉਹ फॉर्मल लेटर विच आंदियां। यू कैन से कि तुहानूं इहदे विच फॉर्मैलिटी पूरी रखनी पैंदी आ। जिद्दां हुण तुहाडे घर कोई रिश्तेदार आए होण तां तुसीं जे तुहाडे ਉਹ बहुत क्लोज है ਤਾਂ ਤੁਸੀਂ ਉਹਨਾਂ ਨਾਲ ਇਨਫਾਰਮਲ ਜੇ ਹੁੰਦੇ ਹੋ ਨਾ, ਕਿਸੇ ਵੀ ਤਰ੍ਹਾਂ ਗੱਲ ਕਰ ਲੈਂਦੇ ਹੋ, ਮਜ਼ਾਕ ਕਰ ਲੈਂਦੇ ਹੋ, ਪਰ ਕਈਆਂ ਨਾਲ ਤੁਸੀਂ ਇਦਾਂ ਨਹੀਂ ਕਰ ਸਕਦੇ। ਲਾਈਕ ਯੂਰ ਗ੍ਰੈਂਡ ਪੇਰੈਂਟਸ, ਹਜੇ ਫਿਰ ਅਸੀਂ ਉਹਨਾਂ ਨਾਲ ਵੀ ਇਨਫਾਰਮਲ ਕਈ ਵਾਰ ਹੋ ਜੰਨੇ ਆ, ਪਰ ਫਿਰ ਵੀ ਅਸੀਂ ਗ੍ਰੈਂਡ ਪੇਰੈਂਟਸ ਨੂੰ ਨਹੀਂ ਕਹਿ ਸਕਦੇ ਚੱਲ ਵੀ ਆ ਜਾ, ਲੈਟਸ ਗੋ। नो, we can't. We will say, let's go, mama, let's go, father, right? We have to be formal. ਤਾਂ ਇਹ formal letters ਹੈ। Second type ਹੈ informal letter। ਇਹਦੇ ਵਿੱਚ personal communication ਹੁੰਦਾ ਹੈ। personal communication ਮੈਂ ਦੱਸ ਚੁੱਕੀ ਪਹਿਲਾਂ ਵੀ ਕਿ ਤੁਸੀਂ ਆਪਣੇ friends ਨੂੰ, family ਨੂੰ, relatives ਨੂੰ ਪਰਸਨਲ ਗੱਲਬਾਤ ਕਹਿ ਲਓ ਤੁਸੀਂ ਕਿ ਇਹ 'ਚ ਕੋਈ ਫਾਰਮੈਲਿਟੀ ਨਹੀਂ ਹੈ ਕਿ ਤੁਹਾਡਾ ਮਨ ਕੀਤਾ ਵੀ ਲੈਟਰ ਲਿਖਣੀ ਹੈ ਤਾਂ ਤੁਸੀਂ ਲਿਖ ਸਕਦੇ ਹੋ, ਰਾਈਟ। ਪਰ ਫਾਰਮਲ ਲੈਟਰ ਵਿੱਚ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਬਈ ਕਿ ਟੈਪ ਖਰਾਬ ਨਹੀਂ ਹੈਗੀ ਪਰ ਲਿਖ ਦਿਓ। ਨੋ, ਯੂ ਕਾਂਟ ਡੂ ਦਿਸ, ਰਾਈਟ। ਯੂ ਆਰ ਨੋਟ ਟੂ ਟੇਕ ਲੀਵ, ਤੁਹਾਨੂੰ ਲੀਵ ਚਾਹੀਦੀ ਨਹੀਂ, ਪਰ ਦਿਲ ਕੀਤਾ ਕਿ ਲੈਟਰ ਲਿਖ ਦਿਓ, ਕਿ ਪ੍ਰਿੰਸੀਪਲ ਮੈਮ ਨੂੰ ਲੈਟਰ ਲਿਖ ਦਿਓ। ਨੋ, ਯੂ ਕਾਂਟ ਡੂ ਦਿਸ, ਰਾਈਟ। ਪਰ ਇਨਫਾਰਮਲ ਲੈਟਰ 'ਚ ਤੁਸੀਂ ਇਹ ਕਰ ਸਕਦੇ ਹੋ। You want to talk to your grandparents, family members, friends, relatives, anybody, neighbor. You want to tell them about something, you can write at any time. There is no formality. Friendly or casual language. ਇੱਥੇ ਤੁਸੀਂ friendly language use ਕਰ ਸਕਦੇ ਹੋ। You can say, hello, how are you? You can write this. Active voice. ਇਹਦੇ ਵਿੱਚ ਸੈਂਟੈਂਸਿਸ ਦੀ ਫਾਰਮੇਸ਼ਨ ਐਕਟਿਵ ਵੌਇਸ ਵਿੱਚ ਹੀ ਹੋਏਗੀ, ਕਿਉਂਕਿ ਐਕਟਿਵ ਵੌਇਸ ਜਿਹੜੇ ਹੁੰਦੇ ਆ ਇਨਫਾਰਮਲ ਕਹਿ ਸਕਦੇ ਆ ਤੁਸੀਂ ਉਹਨਾਂ ਨੂੰ। ਕੈਜੂਅਲ ਔਰ ਇਮੋਸ਼ਨਲ ਟੋਨ, ਇਹ 'ਚ ਤੁਹਾਡੀ ਟੋਨ ਹੈ ਜਿਹੜੀ ਉਹ ਕੈਜੂਅਲ, ਕਿ ਤੁਸੀਂ ਜਿੱਦਾਂ ਆਪਣੇ ਫੈਮਿਲੀ ਵਿੱਚ ਗੱਲਬਾਤ ਕਰਦੇ ਹੋ ਉੱਦਾਂ ਹੀ ਲਿਖ ਦਿੰਦੇ ਹੋ। ਟੋਨ ਹੈ ਜਿਹੜੀ ਤੁਹਾਡੀ ਲੈਟਰ ਦੀ ਉਹ ਹੀ ਹੋਏਗੀ। ਐਡਰੈਸਡ ਟੂ ਫੈਮਿਲੀ, friends, relatives, acquaintances, ਇਹ ਤੁਸੀਂ ਫੈਮਿਲੀ, ਫਰੈਂਡਸ, ਰਿਲੇਟਿਵਸ ਜਾਂ ਜਾਣ ਪਛਾਣ ਦੇ ਹੋਰ ਜਿਹੜੇ ਤੁਹਾਡੇ ਨੀਅਰ ਬਾਈਜ਼ ਆ ਉਹਨਾਂ ਨੂੰ ਲਿਖ ਸਕਦੇ ਹੋ। ਸੋ ਦਿਸ ਇਜ਼ ਇਨਫਾਰਮਲ ਲੈਟਰ। ਪਰ ਅੱਜ ਜਿਹੜੀ ਅਸੀਂ ਕਰਨੀ ਆ ਐਪਲੀਕੇਸ਼ਨ ਰਾਈਟਿੰਗ, that is formal letter. Are you clear? Have you understand the difference between formal letter and informal letter? Right? Very good. Now, application writing. Application writing is the form of letter you write when you. Application writing ਕਹਿੰਦੇ ਉਹ form ਹੈ letter ਦੀ ਜਿਹੜੀ ਤੁਸੀਂ ਇਹਨਾਂ situations ਵਿੱਚ ਲਿਖਦੇ ਹੋ। First one is request for something. ਤੁਸੀਂ ਕਿਸੇ ਨੂੰ ਕਿਸੇ ਚੀਜ਼ ਲਈ request ਕਰਨੀ ਹੈ। Like I said ਕਿ ਤੁਹਾਨੂੰ ਸਕੂਲ ਲਿਵਿੰਗ ਸਰਟੀਫਿਕੇਟ ਚਾਹੀਦਾ ਹੈ ਤਾਂ ਤੁਸੀਂ ਰਿਕੁਐਸਟ ਕਰੋਗੇ ਆਪਣੇ ਪ੍ਰਿੰਸੀਪਲ ਨੂੰ ਤੁਹਾਨੂੰ ਸਕੂਲ ਲਿਵਿੰਗ ਸਰਟੀਫਿਕੇਟ ਦੇ ਦੇਣ, ਰਾਈਟ। ਤੇ ਤੁਸੀਂ ਕਹਿ ਸਕਦੇ ਹੋ ਹੁਣ ਜੇ ਤੁਸੀਂ ਗਵਰਨਮੈਂਟ ਡਿਪਾਰਟਮੈਂਟ ਵਿੱਚ ਜਾਂਦੇ ਹੋ ਕਿ ਤੁਹਾਨੂੰ ਤੁਹਾਡਾ ਬਰਥ ਸਰਟੀਫਿਕੇਟ ਚਾਹੀਦਾ ਆ ਤਾਂ ਤੁਸੀਂ ਉਹਦੇ ਲਈ ਰਿਕੁਐਸਟ ਕਰੋਗੇ ਕਿ ਤੁਹਾਨੂੰ ਬਰਥ ਸਰਟੀਫਿਕੇਟ ਦਿੱਤਾ ਜਾਵੇ ਗਵਰਨਮੈਂਟ ਡਿਪਾਰਟਮੈਂਟ ਵਿੱਚ, ਤਾਂ ਤੁਸੀਂ ਰਿਕੁਐਸਟ ਕਰੋਗੇ। ਸੈਕੰਡ ਇਜ਼ ਆਸਕ ਪਰਮਿਸ਼ਨ ਫॉर ਸਮਥਿੰਗ। ਤੁਹਾਨੂੰ ਕਿਸੇ ਚੀਜ਼ ਲਈ ਪਰਮਿਸ਼ਨ ਚਾਹੀਦੀ ਹੈ ਕਿ ਤੁਸੀਂ ਉਹ ਕੰਮ ਕਰਨਾ ਹੈ ਜਾਂ ਉਹ ਚੀਜ਼ ਕਰਨੀ, ਤਾਂ ਤੁਸੀਂ ਐਪਲੀਕੇਸ਼ਨ ਲਿਖੋਗੇ। ਲਾਈਕ ਇਨ ਯੋਰ ਸਕੂਲ ਯੂ ਵਾਂਟ ਟੂ ਗੋ ਟੂ ਪਲੇ ਇਨ ਵਾਲੀਬਾਲ ਟੀਮ, ਇਨ ਵਾਲੀਬਾਲ ਮੈਚ, ਤੁਸੀਂ ਵਾਲੀਬਾਲ ਦਾ ਮੈਚ ਖੇਡਣ ਜਾਣਾ ਚਾਹੁੰਦੇ ਹੋ ਤੇ ਤੁਸੀਂ ਆਪਣੇ ਪ੍ਰਿੰਸੀਪਲ ਨੂੰ ਰਿਕੁਐਸਟ ਕਰੋਗੇ, ਪਰਮਿਸ਼ਨ ਮੰਗੋਗੇ ਉਹਨਾਂ ਕੋਲ ਕਿ ਉਹ ਤੁਹਾਨੂੰ ਅਲਾਉ ਕਰਨ ਕਿ ਤੁਸੀਂ ਗੇਮ ਖੇਡਣ ਜਾ ਸਕਦੇ ਹੋ। And the last is apply for something. Job apply करनी है तुसी तो तुसी application लिखोगे। So these are the situations when you have to write an
application. Can you tell me any other situation where you have to write application? Example ही दे दो कोई, तुसी बहुत सारी applications याद कीतियां आ, पंजाबी विच भी करदे हो, इंग्लिश भी करदे हो, हिंदी विच भी करदे हो. You can give me the example. Come on, tell me any example. पर वो application होवे formal, not informal. Come on, your teachers are hearing you, so please come on, tell. They will tell you whether you are right or wrong. They will answer you. Are you getting? Very good. Clap for yourself who have given the answer for this question. Whether it is wrong, whether it is right, no matters. If you have given the answer, clap for yourself. That's good. Now, format of application. Application लिखन दा format की है. मैं तुहानू पहले दस्या format जिहड़ा आ formal letters ਲਈ prescribed हुंदा है, उसे तरीके नाल लिखना हुंदा है. तो सब तो पहला इहदे विच आएगा receivers address, उस तो बाद date, third subject, then salutation, next body of the content, the last closing. ਇਹਦੇ 6 parts है format ਦੇ, receivers address, date, subject, salutation, body of the content, closing. ਹੁਣ मैं ਤੁਹਾਨੂੰ ਇਸ ਇੱਕ part ਬਾਰੇ डिटेल विच दस रही हाँ. First is receivers address. Mention the person being addressed. जिन्हों तुसी letter लिखनी है ओदा address लिखना है. Right? तुसी newspaper editor नू लिखनी है to the editor this or this newspaper, Tribune, right? तो तुसी उन्हां दा address लिखोगे. That is receivers address. अपने स्कूल एप्लीकेशन च लिख दो द प्रिंसिपल, गवर्नमेंट डैश स्कूल डैश, राइट? दैट इज द एड्रेस, रिसीवर्स एड्रेस. नेक्स्ट इज डेट. उस तो बाद आएगी डेट, द डेट ऑन विच द एप्लीकेशन इज रिटन. केड़ी तरीक नूं लैटर एप्लीकेशन लिखी गई है उही डेट लिखनी है. ते ओदा फॉर्मेट की है मंथ इन वर्ड्स. मंथ जिहड़ा लिखना है वर्ड्स विच लिखा जाएगा, शब्दां विच. डे इन फिगर्स, ईयर इन फुल फिगर्स, राइट? एग्जाम्पल मैं दिती है नीचे, मंथ अगस्त फुल वर्ड्स विच लिखिया, उस तो बाद डे लिखिया 13 कॉमा, उस तो बाद ईयर 2022. ये फॉर्मेट है डेट लिखन दा और इनू सारे बच्चे याद कर लो बिकॉज तुसी सारे इसनू लिखन विच गड़बड़ करदे हो, राइट? नेक्स्ट सब्जेक्ट. Subject, a short statement that reflects the purpose. Subject की है जिहदे छोटी जी स्टेटमेंट लिखी हुंदी है जिहदे तो पता चल जांदा कि एप्लीकेशन किस बारे है. क्लियर? नेक्स्ट salutation. The addressee is respectfully acknowledged here. ਇੱਥੇ ਅਸੀਂ ਜਿਹਨੂੰ ਵੀ ਲੈਟਰ ਲਿਖੀ ਹੈ ਐਪਲੀਕੇਸ਼ਨ ਲਿਖੀ ਹੈ ਉਹਨਾਂ ਨੂੰ ਅਸੀਂ ਰਿਸਪੈਕਟਫੁਲੀ ਉਹਨਾਂ ਲਈ कीवर्ड्स यूज करने. तुसी जिद्दां यूज एप्लीकेशन च यूज करदे हो डियर सर, डियर मैम, दैट इज सैल्यूटेशन. फिफ्थ इज बॉडी ऑफ एप्लीकेशन. ਇਹਦੇ ਵਿੱਚ ਉਹ ਕੰਟੈਂਟ ਆਏਗਾ. ਇਟ कैन इंक्लूड्स इंट्रोडक्शन, मेन कंटेंट एंड कंक्लूजन ऑफ ਲੈਟਰ. ਇਹਦੇ ਚ ਪਹਿਲਾਂ ਤੁਸੀਂ ਆਪਣੀ इंट्रोडक्शन दोगे, आई एम अ स्टूडेंट ऑफ दिस और दिस क्लास लाइक. फिर वो कंटेंट लिखोगे कि एप्लीकेशन किस बारे है. ਤੇ ਲਾਸਟ ਵਿੱਚ ਉਹਦਾ ਕੰਕਲੂਜਨ ਐਂਡਿੰਗ ਕਰੋਗੇ ਰਿਕੁਐਸਟ ਕਰਦੇ ਹੋਏ ਜਾਂ ਕੁਝ ਵੀ ਹੈ ਕਿ ਅਪਲਾਈ ਕਰ ਰਹੇ ਹੋ, ਰਿਕੁਐਸਟ ਕਰ ਰਹੇ ਹੋ ਕਿ ਤੁਹਾਡੇ ਲਈ ਉਹ ਰਿਕੁਐਸਟ ਤੁਹਾਡੀ ਪੂਰੀ ਕੀਤੀ ਜਾਵੇ, ਰਾਈਟ? ਤੇ ਬਹੁਤ ਜਿਹੜਾ ਕੰਕਲੂਜਨ ਹੈ ਇਹ ਦੀ ਵਰਡਿੰਗ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਕਿ ਤੁਸੀਂ ਕਿਸੇ ਨੂੰ ਕਨਵਿੰਸ ਕਰਨਾ ਹੈ ਤਾਂ ਉਹ ਰਿਸਪੈਕਟਫੁਲ ਇੰਨੀ ਕੁ ਜ਼ਿਆਦਾ ਹੋਣੀ ਚਾਹੀਦੀ ਹੈ ਕਿ ਕਿਸੇ ਨੂੰ ਪੜ੍ਹ ਕੇ ਇੱਦਾਂ ਨਾ ਫੀਲ ਹੋਵੇ ਕਿ ਓਫੈਂਸਿਵ ਹੈ and they would deny to fulfill your request, right? And the last is closing. Name of the sender with details. ਇਹਦੇ ਵਿੱਚ ਤੁਸੀਂ ਲਾਸਟ ਵਿੱਚ ਲਿਖਦੇ ਹੋ ਨਾ yours obediently, yours truly, yours, right? That is closing. ਉਸ ਤੋਂ ਨੀਚੇ ਤੁਸੀਂ ਆਪਣਾ ਨੇਮ ਲਿਖਦੇ ਹੋ, ਰੋਲ ਨੰਬਰ ਲਿਖਦੇ ਹੋ, ਕਲਾਸ ਲਿਖਦੇ ਹੋ ਔਰ ਉਹਦੇ ਤੇ ਸਿਗਨੇਚਰ ਵੀ. ਜਦੋਂ ਤੁਸੀਂ ਉਹਦਾ ਲੈਟਰ ਲਿਖਦੇ ਹੋ ਸਕੂਲ ਵਿੱਚ ਤਾਂ ਤੁਸੀਂ ਨੇਮ ਲਿਖ ਦਿੰਦੇ ਹੋ,
पर इफ यू आर टू गिव एप्लीकेशन टू समवन तुसी उहदे ते अपनी सिग्नेचर कर दे, दैट कम्स इन क्लोजिंग पार्ट. सो दीज आर द 6 parts of your application. Are you clear? Have you understand all the parts? Very good. Now tips to write an application. ਤੁਸੀਂ ਜਦੋਂ ਕੋਈ ਐਪਲੀਕੇਸ਼ਨ ਲਿਖ ਲਈ ਹੈ ਉਹਦੇ ਲਈ ਥੋੜੀਆਂ ਜਿਹੀਆਂ ਟਿਪਸ ਤਾਂ ਕਿ ਉਹ ਕਰੈਕਟ ਹੋਵੇ. ਰੀਜ਼ਨ ਸ਼ੁੱਡ ਬੀ ਕਲੀਅਰਲੀ ਸਟੇਟਡ. ਕਿਸ ਚੀਜ਼ ਲਈ ਐਪਲੀਕੇਸ਼ਨ ਲਿਖੀ ਹੋ, ਰੀਜ਼ਨ ਕਾਰਨ ਪੂਰੀ ਤਰ੍ਹਾਂ ਕਲੀਅਰ ਹੋਣਾ ਚਾਹੀਦਾ ਆ, ਸਮਝ ਆਉਣਾ ਚਾਹੀਦਾ ਕਿ ਤੁਹਾਡੀ ਲੈਟਰ ਕਿਸ ਬਾਰੇ ਹੈ. ਲੈਂਗੁਏਜ ਸ਼ੁੱਡ ਬੀ ਪੋਲਾਈਟ. ਮੈਂ ਪਹਿਲਾਂ ਵੀ ਦੱਸਿਆ ਤੁਸੀਂ ਓਫੈਂਸਿਵ ਲੈਂਗੁਏਜ ਨਹੀਂ ਯੂਜ਼ ਕਰ ਸਕਦੇ ਜਾਂ ਇਨਫੋਰਮਲ ਲੈਂਗੁਏਜ ਨਹੀਂ ਯੂਜ਼ ਕਰ ਸਕਦੇ ਕਿਉਂਕਿ ਤੁਸੀਂ ਹਾਇਰ ਅਥਾਰਟੀ ਨੂੰ ਲੈਟਰ ਲਿਖ ਰਹੇ ਹੋ ਤਾਂ ਇਟ ਸ਼ੁੱਡ ਬੀ ਪੋਲਾਈਟ. ਅਵੋਇਡ ਦ ਯੂਜ਼ ਆਫ ਅਨਨੈਸੈਸਰੀ ਵਰਡਸ. ਜਿਨ੍ਹਾਂ ਵਰਡਸ ਦੀ ਜ਼ਰੂਰਤ ਨਹੀਂ ਹੈ ਡੋਂਟ ਯੂਜ਼ ਦੋਜ਼ ਵਰਡਸ. ਫ੍ਰੀ ਫਰॉम ਗ੍ਰਾਮੈਟਿਕਲ ਮਿਸਟੇਕਸ. ਗ੍ਰਾਮੈਟਿਕਲ ਮਿਸਟੇਕਸ ਨਹੀਂ ਹੋਣੀਆਂ ਚਾਹੀਦੀਆਂ ਉਹਦੇ ਵਿੱਚ. ਇਟ ਸ਼ੁੱਡ ਬੀ ਪਰਫੈਕਟ ਵਿਦਆਊਟ ਐਨੀ ਐਰਰ. Sentences must be precise and straight to the point. Clear होने चाहिए, short होने चाहिए sentences ते पूरा उस point नू clear कर रहे हों जिस जेड़ा की application या letter दा purpose है. Avoid contractions and abbreviations. Abbreviations नहीं तुसी use कर सकते, short words नहीं use कर सकते. It should be in full words. Are you clear? Don't use phrases and idioms. ਤੁਸੀਂ ਇਸ ਐਪਲੀਕੇਸ਼ਨ 'ਚ ਜਾਂ ਫਾਰਮਲ ਲੈਟਰ ਵਿੱਚ phrases ਜਾਂ idioms ਨਹੀਂ use ਕਰ ਸਕਦੇ. And the last is don't use imperative sentences. Imperative sentences ਵੀ ਤੁਸੀਂ ਨਹੀਂ use ਕਰ ਸਕਦੇ ਕਿਉਂਕਿ imperative sentences confusion create ਕਰਦੇ ਆ. ਉਹ request ਨਹੀਂ ਕਈ ਵਾਰ ਲੱਗਦੇ, ਉਹ ਕਈ ਵਾਰ ਜ਼ਿਆਦਾਤਰ order ਹੀ show ਕਰਦੇ ਕਿ ਤੁਸੀਂ order ਕਰ ਰਹੇ ਹੋ ਕਿਸੇ ਨੂੰ. So these should be avoided. So these are the tips to write an application. Now let us write an application using this format. ਹੁਣ ਅਸੀਂ ਇੱਕ application ਲਿਖਾਂਗੇ ਤੇ ਉਹਦਾ format ਕੀ ਹੋਏਗਾ? This one. ਅਸੀਂ ਇਹ ਪਹਿਲਾਂ ਵੀ ਕਰ ਲਿਆ ਹੈ. ਸਭ ਤੋਂ ਪਹਿਲਾਂ ਅਸੀਂ ਕੀ ਲਿਖਣਾ ਇਹਦੇ ਵਿੱਚ? Receiver's address. ਕੀ ਲਿਖਾਂਗੇ? Receiver's address. Second, date. Receiver's address ਦੇ ਨੀਚੇ ਕੀ ਆਏਗਾ? Date. After that you can leave the line. Space ਛੱਡ ਸਕਦੇ ਹੋ ਕਿ ਲੈਟਰ ਥੋੜੀ ਅਟਰੈਕਟਿਵ ਲੱਗਦੀ ਹੈ ਤੇ ਉੱਥੇ ਫਿਰ ਤੁਸੀਂ ਕੀ ਲਿਖੋਗੇ? Subject. Subject ਤੋਂ ਬਾਅਦ salutation. ਇੱਥੇ ਵੀ ਤੁਸੀਂ ਲਾਈਨ ਛੱਡਣੀ ਛੱਡ ਸਕਦੇ ਹੋ, ਨਹੀਂ ਛੱਡਣੀ ਨਹੀਂ ਛੱਡ ਸਕਦੇ. That is up to you. ਪਰ ਜਦੋਂ ਤੁਸੀਂ ਦੇਖੋਗੇ ਕਿ ਤੁਸੀਂ ਲਾਈਨਸ ਵਿੱਚ ਸਪੇਸ ਛੱਡ ਕੇ ਲਿਖ ਰਹੇ ਹੋ ਤਾਂ ਉਹ ਲੈਟਰ ਬਹੁਤ ਸੋਹਣੀ ਲੱਗਦੀ ਹੈ ਲਿਖੀ ਤੇ ਹੈਂਡਰਾਈਟਿੰਗ ਵੀ ਬਹੁਤ ਸੋਹਣੀ ਆਉਂਦੀ ਹੈ ਉਹਦੇ ਨਾਲ. ਇਟ ਇਜ਼ ਜਸਟ ਟੂ ਮੇਕ ਦ ਥਿੰਗ ਬਿਊਟੀਫੁਲ, ਰਾਈਟ? ਸੈਲੂਟੇਸ਼ਨ. ਉਸ ਤੋਂ ਬਾਅਦ ਬੋਡੀ ਆਫ ਐਪਲੀਕੇਸ਼ਨ ਤੇ ਬੋਡੀ ਆਫ ਐਪਲੀਕੇਸ਼ਨ ਤੋਂ ਬਾਅਦ ਕਲੋਜ਼ਿੰਗ. ਨੋਟ ਡਾਊਨ ਦਿਸ ਫਾਰਮੈਟ ਇਨ ਯੋਰ ਕਾਪੀਜ਼ ਰਾਈਟ ਨਾਓ. ਕਮ ਔਨ, ਹਰੀ ਅਪ. ਇਹ ਫਾਰਮੈਟ ਆਪਣੀ ਕਾਪੀਜ਼ 'ਚ ਨੋਟ ਕਰ ਲਓ ਤਾਂ ਕਿ ਹੁਣ ਜਿਹੜੀ ਅਸੀਂ ਲੈਟਰ ਲਿਖਾਂਗੇ ਤੁਹਾਨੂੰ ਪਤਾ ਚੱਲੀ ਜਾਵੇ ਕਿ ਅਸੀਂ ਇਸ ਫਾਰਮੈਟ ਦੇ ਅਕੋਰਡਿੰਗ ਲਿਖੀ ਹੈ ਕਿ ਨਹੀਂ ਲਿਖੀ ਹੈ. ਕਮ ਔਨ, ਨੋਟ ਦਿਸ ਡਾਊਨ. ਰਿਸੀਵਰਸ ਐਡਰੈਸ. ਸਪੈਲਿੰਗਸ ਠੀਕ ਲਿਖਣੇ ਆ ਸਾਰੇ ਬੱਚਿਆਂ ਨੇ. ਕੈਪੀਟਲ ਸਮਾਲ ਲੈਟਰ ਦਾ ਵੀ ਧਿਆਨ ਰੱਖਣਾ ਹੈ. ਡੇਟ. ਸਬਜੈਕਟ. ਸਬਜੈਕਟ ਇਹ ਨਹੀਂ ਲਿਖਣਾ ਇੰਗਲਿਸ਼, ਹਿੰਦੀ, ਪੰਜਾਬੀ. ਨੋ, ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸਬਜੈਕਟ ਕੀ ਹੈ ਕਿ ਲੈਟਰ ਕਿਸ ਬਾਰੇ ਹੈ, ਰਾਈਟ? ਸ਼ਾਰਟ ਸਟੇਟਮੈਂਟ ਅਬਾਊਟ ਦੈਟ. ਸੈਲੂਟੇਸ਼ਨ. ਬੋਡੀ ਆਫ ਐਪਲੀਕੇਸ਼ਨ ਐਂਡ ਦ ਲਾਸਟ ਕਲੋਜ਼ਿੰਗ. ਹੁਣ ਤੁਸੀਂ ਜਿਹੜੀਆਂ ਲੈਟਰਸ ਕਰ ਵੀ ਚੁੱਕੇ ਹੋ, ਐਪਲੀਕੇਸ਼ਨਸ ਕਰ ਵੀ ਚੁੱਕੇ ਹੋ, ਚੈੱਕ ਕਰਿਓ ਕਿ ਤੁਸੀਂ ਇਸ ਫਾਰਮੈਟ ਦੇ ਅਕੋਰਡਿੰਗ ਲਿਖੀਆਂ ਵਾ ਕਿ ਨਹੀਂ. ਇੱਕ ਥੋੜੀ ਜਿਹੀ ਐਕਸੈਪਸ਼ਨ ਤੁਸੀਂ ਕਰ ਸਕਦੇ ਹੋ. ਕਈ ਵਾਰ ਹੁੰਦਾ ਅਸੀਂ ਡੇਟ ਲਾਸਟ ਵਿੱਚ ਲਿਖ ਦਿੰਦੇ ਆ ਤਾਂ ਉਹ ਵੀ ਠੀਕ ਹੈ. ਜੇ ਉੱਪਰ ਨਹੀਂ ਲਿਖੀ ਲਾਸਟ ਵਿੱਚ ਲਿਖੀ ਉਹ ਵੀ ਠੀਕ ਹੈ ਪਰ ਐਗਜ਼ੈਕਟ ਜਿਹੜਾ ਫਾਰਮੈਟ ਹੈ ਇਹ ਹੈ. ਨਾਓ ਰਾਈਟ ਐਨ ਐਪਲੀਕੇਸ਼ਨ ਟੂ ਦ ਪ੍ਰਿੰਸੀਪਲ ਔਰ ਹੈਡਮਾਸਟਰ ਔਰ ਸਕੂਲ ਇੰਚਾਰਜ ਆਫ ਯਰ ਸਕੂਲ asking for exemption from examination.
तुसी अपने प्रिंसीपल नूं, हैडमास्टर नूं या फिर स्कूल इंचार्ज नूं एप्लीकेशन लिखनी है कि तुहानूं इस बार एग्जाम्स देण तो छूट दित्ती जावे। मैं इत्थे तीनों यूज किए, प्रिंसीपल, हैडमास्टर, स्कूल इंचार्ज। कारण प्रिंसीपल इज यूज्ड फॉर द हायर अथॉरिटी ऑफ सीनियर सैकेंडरी स्कूल्स। सीनियर सैकेंडरी स्कूल्स है जिहड़े उन्हां विच जो तुसी लैटर लिखनी है प्रिंसीपल लिखना है। हैडमास्टर हाई स्कूल्स विच, स्कूल इंचार्ज मिडल स्कूल्स या फिर प्राइमरी स्कूल्स विच। क्लियर? गुड। नाउ लेट अस राइट अ लेटर। द स्कूल इंचार्ज, गवर्नमेंट मिडल स्कूल, बल्ला कलां। दिस इज द एड्रेस ऑफ द रिसीवर। मिडल स्कूल है इस करके की लिखा गया स्कूल इंचार्ज। सब तो पहला असीं की लिखिया, किनू लैटर लिखनी, हु इज द हायर अथॉरिटी, स्कूल इंचार्ज। फिर नीचे एड्रेस लिखिया वा गवर्नमेंट मिडल स्कूल, विलेज केड़ा आ, बल्ला कलां। क्लियर? उस तो बाद आ गई डेट, September 2, 2022। मैं फॉर्मेट दस्या सी कि मंथ फुल स्पेलिंग्स होने चाहिए, फुल वर्ड्स विच होना चाहिए, वर्ड्स विच। उस तो बाद 2 डेट लई फिगर, कॉमा ते उस तो बाद ईयर लई फुल फिगर्स। क्लियर? फिर उस तो बाद मैं स्पेस छड्डी है, तुसी ये तुहाडे ते है कि तुसी स्पेस छड्डनी है कि नहीं। सब्जेक्ट, एप्लीकेशन फॉर एग्जेम्पशन फ्रॉम एग्जामिनेशन। सब्जेक्ट की विषय है एप्लीकेशन लिखन दा कि एग्जामिनेशंस तो छूट चाहिए है। उस तो बाद मैं फिर एक स्पेस छड्डी है, ये तुहाडे ते है कि तुसी छड्डनी चाहो तो छड्ड सकदे हो, नहीं तो नहीं। मैम, ठीक है, तुसी इत्थे अपने अकॉर्डिंग तो जेडे भी स्कूल लिए तुसी लिख लियो कि उत्थे इंचार्ज कौन है, हैडमास्टर कौन है, प्रिंसिपल कौन है, सर और मैम यूज कर सकते हो। क्लियर? एक ही है सैल्यूटेशन, रिस्पेक्टफुल वर्ड जेड़ा सी यूज करते हैं। यू कांट राइट हियर द नेम ऑफ योर प्रिंसिपल, हैडमास्टर और स्कूल इंचार्ज। he or she is not your friend or relative, right? You have to give the respect. Now body of application, ये सारी body of application है। ਇਹਦੇ ਵਿੱਚ मैं दस्या सी कि तुसी अपनी introduction देनी, main content ते conclusion। I am a student of class 8th of your school। मैं ਤੁਹਾਡੇ ਸਕੂਲ 8ਵੀਂ ਕਲਾਸ ਦਾ ਵਿਦਿਆਰਥੀ ਹਾਂ। Our bi-monthly exams are starting from October 1, 2022। ਸਾਡੇ ਕਹਿੰਦੇ bi-monthly exams ਹੈ ਜਿਹੜੇ October 1, 2022 ਤੋਂ ਸ਼ੁਰੂ ਹੋਣ ਜਾ ਰਹੇ ਆ। Ma'am, I always stand first in all the exams। मैं अपने ਵੱਲੋਂ मैम ਨੂੰ, प्रिंसिपल ਨੂੰ, ਸਕੂਲ इंचार्ज ਨੂੰ एड्रेस ਕੀਤਾ कि मैं सारे एग्जाम्स विच फर्स्ट आंदा रहा या आंदी रही हाँ। माई सिस्टर्स वेडिंग इज फॉलिंग ऑन October 5, 2022। मेरी सिस्टर दी मैरिज 5 अक्टूबर 2022 नू है। एज आई एम द ओनली हैल्पिंग हैंड ऑफ माई फादर। मैं अपने फादर दा इकल्ला मदद करन वाला हाँ घर विच। आई कांट टेक द एग्जाम दिस टाइम। इस करके मैं इस बार एग्जाम्स नहीं दे सकता। एक थोड़ी जी है माई फादर तो बाद कॉमा आएगा, इत्थे फुल स्टॉप लगा है, यू हैव टू पुट हेयर कॉमा। दिस टाइम आई रिक्वेस्ट यू टू एग्जाम्प्ट मी फ्रॉम द एग्जामिनेशन। कहते इस बार मैं बेनती कर रहा कि मैनू एग्जाम्स देने तो छोड़ दी जाए। आई शैल बी वेरी थैंकफुल टू यू। मैं तुहानू कहा सी ना कंक्लूजन बड़ा रिस्पेक्टफुल होना चाहिए। सो दिस इज द कंक्लूजन। आई रिक्वेस्ट यू टू एग्जाम्प्ट मी फ्रॉम एग्जामिनेशन। आई शैल बी वेरी थैंकफुल टू यू, कि मैं तुहाडा बहुत धन्नवादी होवांगा। लास्ट इज द क्लोजिंग। थैंकिंग यू, योर्स ओबीडियंटली, दृष्टि, नेम ऑफ द स्टूडेंट, रोल नंबर एंड class। This is the closing। Thanking you, you have to write, this is also a closing part। So this is the format we have followed। Now write an application to your principal, headmaster or school incharge asking for a school leaving certificate in the space given below। You must write। ਇਹ ਤੁਹਾਡੀ बुक ਵਿੱਚੋਂ है, इस करके मैं ਇਹਦੇ ਵਿੱਚੋਂ ਲਿਖਿਆ ਵਾ in the space given below। ਤੁਹਾਡੀ बुक ਵਿੱਚ स्पेस ਦਿੱਤੀ ਗਈ ਹੈ ਇਸ ਲੈਟਰ ਨੂੰ ਲਿਖਣ ਲਈ। ਸੋ ਯੂ ਮਸਟ ਰਾਈਟ। ਉਹਦੇ ਵਿੱਚ ਤੁਸੀਂ ਕਿਹੜੇ ਪੁਆਇੰਟਸ ਲਿਖਨੇ ਆ? योर रीजन फॉर लीविंग द स्कूल, कि तुसी स्कूल क्यों छड्डना चाहते हो। वैन यू विल लीव द स्कूल, तुसी स्कूल तो कदों जा रहे हो।
where you will take admission after leaving the school. ਤੁਸੀਂ ਕਿੱਥੇ ਐਡਮਿਸ਼ਨ ਲਓਗੇ ਸਕੂਲ ਤੋਂ ਜਾਣ ਤੋਂ ਬਾਅਦ। ਇਹ ਐਪਲੀਕੇਸ਼ਨ ਤੁਸੀਂ ਆਪਣੀ ਬੁੱਕਸ ਵਿੱਚ ਜਿਹੜੀ ਸਪੇਸ ਦਿੱਤੀ ਗਈ ਉਹਦੇ ਵਿੱਚ ਉਸ ਫਾਰਮੈਟ ਦੇ ਅਕੋਰਡਿੰਗ ਹੀ ਲਿਖਣੀ ਹੈ ਤੇ ਉਸ ਲੈਟਰ ਵਿੱਚ ਇਹ 3 ਪੁਆਇੰਟਸ ਕਵਰ ਹੋਣੇ ਬਹੁਤ ਜ਼ਰੂਰੀ ਹੈ। ਇਹ ਬੋਡੀ ਆਫ ਦਾ ਐਪਲੀਕੇਸ਼ਨ ਵਿੱਚ ਆਉਣਗੇ। ਸੋ ਦਿਸ ਇਜ਼ योर ਹੋਮਵਰਕ। ਕਲੀਅਰ? ਤੇ ਫਾਰਮੈਟ ਇੱਕ ਵਾਰ ਰਿਵਾਈਜ਼ ਕਰ ਲਈਏ। ਇਸ ਫਾਰਮੈਟ ਦੇ ਅਕੋਰਡਿੰਗ ਹੀ ਤੁਸੀਂ ਐਪਲੀਕੇਸ਼ਨ ਲਿਖਣੀ ਹੈ। ਬੁੱਕਸ ਵਿੱਚ ਸਪੇਸ ਹੈ ਤਾਂ ਉਹਦੇ ਵਿੱਚ ਤੁਸੀਂ ਲਿਖੋ ਇਹ ਐਪਲੀਕੇਸ਼ਨ। ਰਿਸੀਵਰਸ ਐਡਰੈਸ, ਡੇਟ, ਸਬਜੈਕਟ, ਸੈਲੂਟੇਸ਼ਨ, body of application, closing. So this is your homework. Are you clear? ਅੱਜ ਅਸੀਂ ਕੀ ਕੀਤਾ? What is a letter? ਇਹ written message ਹੈ ਜਿਹੜਾ ਇੱਕ ਇਨਸਾਨ ਤੋਂ ਦੂਜੇ ਇਨਸਾਨ ਨੂੰ ਦਿੱਤਾ ਜਾਂਦਾ ਹੈ। ਕਿੰਨੇ ਟਾਈਪਸ ਦੀਆਂ ਲੈਟਰਸ ਅਸੀਂ ਕੀ ਪੜ੍ਹੀਆਂ ਅੱਜ? 2 types, formal letters, informal letters. Formal letters ਵਿੱਚ ਕਿਹੜੀਆਂ ਲੈਟਰਸ ਆਉਂਦੀਆਂ? Business, official ਔਰ applications। ਤੇ ਇਨਫਾਰਮਲ ਲੈਟਰਸ ਜਿਹੜੀਆਂ ਅਸੀਂ ਆਪਣੇ ਫੈਮਿਲੀ, ਫਰੈਂਡਸ, ਰਿਲੇਟਿਵਸ ਜਾਂ ਨੇਬਰਹੁੱਡ ਜਾਂ ਜਾਣ ਪਛਾਣ ਦੇ ਲੋਕਾਂ ਨੂੰ ਲਿਖਦੇ ਹਾਂ। ਫਾਰਮਲ ਲੈਟਰਸ ਦੀ ਲੈਂਗੁਏਜ ਫਾਰਮਲ ਹੋਏਗੀ, ਰਾਈਟ? ਉਹਦੀ ਟੋਨ ਵੀ ਫਾਰਮਲ ਹੋਏਗੀ ਤੇ ਉਹ ਪੂਰੀ ਰਿਸਪੈਕਟਫੁਲ ਤੇ ਪ੍ਰਿਸਕ੍ਰਾਈਬਡ ਫਾਰਮੈਟ ਦੇ ਅਕੋਰਡਿੰਗ ਹੀ ਲਿਖੀ ਜਾਏਗੀ। ਇਨਫਾਰਮਲ ਲੈਟਰ 'ਚ ਤੁਸੀਂ ਕੈਜੂਅਲ ਲੈਂਗੁਏਜ ਯੂਜ਼ ਕਰ ਸਕਦੇ ਹੋ। ਉਹਦੇ ਲਈ ਕੋਈ ਫਾਰਮੈਟ ਇੰਨਾ ਕੁਛ ਉਹ ਨਹੀਂ ਹੈ, ਪਰ ਫਿਰ ਵੀ ਉਹਦਾ ਫਾਰਮੈਟ ਥੋੜਾ ਜਿਹਾ ਕਲੀਅਰ ਹੈ, ਰਾਈਟ? ਤੇ ਦੋਨਾਂ ਦਾ ਫਰਕ ਕੀ ਹੈ? ਜਿਹੜੀ ਫਾਰਮਲ ਲੈਟਰ ਹੈ ਉਹ ਤੁਸੀਂ ਕਿਸੇ ਵੀ ਟਾਈਮ ਨਹੀਂ ਲਿਖ ਸਕਦੇ, ਜਦੋਂ ਤੁਹਾਨੂੰ ਜ਼ਰੂਰਤ ਹੋਵੇ ਉਦੋਂ ਹੀ ਲਿਖਣੀ ਹੈ। ਪਰ ਇਨਫਾਰਮਲ ਲੈਟਰ ਤੁਸੀਂ ਕਿਸੇ ਵੀ ਟਾਈਮ, ਕਦੀ ਵੀ ਤੁਹਾਡਾ ਮੂਡ ਹੋਇਆ ਕਿ ਫੈਮਿਲੀ ਨੂੰ ਲਿਖਣੀ ਹੈ, ਫਰੈਂਡਸ ਨੂੰ ਲਿਖਣੀ ਹੈ, ਤਾਂ ਤੁਸੀਂ ਲਿਖ ਸਕਦੇ ਹੋ। ਫਾਰਮਲ ਲੈਟਰ ਕਿਸੇ ਆਰਗੇਨਾਈਜੇਸ਼ਨ ਵਿੱਚ, ਸਕੂਲ, ਕਾਲਜ, ਗਵਰਨਮੈਂਟ ਡਿਪਾਰਟਮੈਂਟ ਜਾਂ EMPLOYER ਨੂੰ ਲਿਖੀ ਜਾਂਦੀ ਹੈ ਤੇ ਇਨਫਾਰਮਲ ਲੈਟਰ ਆਪਣੇ ਐਕੁਐਂਟੈਂਸਿਸ 'ਚ ਲਿਖੀ ਜਾਂਦੀ ਹੈ। ਫਾਰਮਲ ਲੈਟਰ ਲਈ ਅਸੀਂ ਪੈਸਿਵ ਵੌਇਸ ਯੂਜ਼ ਕਰਦੇ ਹਾਂ ਤੇ ਇਨਫਾਰਮਲ ਲੈਟਰ ਲਈ ਐਕਟਿਵ ਵੌਇਸ ਯੂਜ਼ ਕਰਦੇ ਹਾਂ। ਵੈਰੀ ਗੁੱਡ। So this is the topic we have done today. I hope you enjoyed it. And don't forget the format of application writing. The date the pattern भी नहीं भूलना, right? So this was for today. We'll meet in next class. Till then, take care. Goodbye. Thank you. Have a nice day.